ਪੈਸੇ ਵੀ ਉਧਰੋਂ ਆ ਗਏ ਨੇ ਤੇ ਸਵੇਰ ਕੰਮ ਤੇ ਜਾਣਾ ਤੇ ਮੈਂ ਇਸ ਟਾਈਮ ਮੱਛੀ ਫੜਨ ਆਇਆ ਵਾ ਤੇ ਸਵੇਰ ਹਰ ਹਾਲ ਵਿੱਚ ਜਾਣਾ ਫੜਨ ਜਾਂਦੇ ਨੇ ਲੈਣੋਂ ਪਾਰ ਤੇ ਲਾਸ਼ ਕਰੀ ਉਹ ਜ਼ਿਆਬਾਦ ਲੱਭੀ ਫਿਰ ਵੇਖੀ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲੀ। ਮੈਂ ਕਿਹਾ ਭਰਾ ਮੇਰੇ ਕਿਹਦੇ ਪਿੱਛੇ, ਮੈਂ ਕਿਹਾ ਮੇਰਾ ਅੱਲਾ ਸੋਹਣਿਆ ਮੇਰਾ ਭਰਾ ਨਾ ਹੋਵੇ। ਪੋਸਟਮਾਰਟਮ ਕਰਕੇ ਤੇ ਪੱਖੇ ਦੇ ਥੱਲੇ ਸੁੱਟਿਆ ਇੰਜ ਲਾਵਾਰਸ ਕਰਕੇ। ਉਹਦੀ ਸ਼ਕਲ ਵੇਖਣ ਵਾਲੀ ਨਹੀਂ ਹੈ, ਵਾਲ ਲੱਥਣ ਲੱਗ ਪਏ ਸੀ। 5-7 ਮਹੀਨੇ ਬਾਅਦ ਚੱਲ ਜਾਂਦਾ ਸੀ, 10-10 ਦਿਨ ਵੀ ਰਹਿ ਕੇ ਆਉਂਦੇ ਰਹੇ ਨੇ, ਲੇਕਿਨ ਮੱਛੀ ਵੀ ਘਾਲਦੇ ਰਹੇ ਨੇ, ਤਲਾਹ ਵੀ ਦਿੰਦੇ ਰਹੇ। ਉਹਦੀ ਮਾਂ ਨੂੰ ਬਸ ਪੁੱਛਿਆ ਉਹ ਕਿਦੋਂ ਦਾ ਮੇਰਾ ਭਰਾ ਘਰੋਂ ਬੁਲਾ ਕੇ ਲੈ ਗਏ, ਉਸ ਤੋਂ ਬਾਅਦ ਮੱਥੇ ਵੀ नहीं लगे, वो तो फातिहा कहन नहीं आए। अस्सलाम वालेकुम नाज़रीन, मैं हूं एडी मलिक और इस वक्त थाना मुरीद के सदर की हदूद में मैं मौजूद हूं। और आज से एक हफ़्ता पहले तकरीबन 35 साला अनवर अपने दोस्तों के साथ मछलियां पकड़ने के लिए जाता है और फिर उसकी एक नागहानी मौत की तस्वीर व्हाट्सएप ग्रुपों में वायरल की जाती है। लेकिन किसी को अंदाज़ा नहीं था, ना उसकी फैमिली को, कि अनवर के साथ क्या हुआ और उसकी मौत कैसे हुई। अचानक इनके सामने इनके भाई की तस्वीर आती है जो पुलिस की जानिब से वायरल की जाती है, क्योंकि पुलिस उस शख्स को लावारिस करार दे चुकी थी। क्या अनवर लावारिस था? क्या अनवर के पीछे कोई आने वाला नहीं था, या फिर क्या वजह थी कि अनवर को कोई पहचान ही ना सका? मेरे साथ अनवर की बूढ़ी वालदा, बूढ़ा वालिद और इकलौता भाई मौजूद है, और अनवर के 4 बच्चे हैं जो इस वक्त यतीम हो चुके हैं। अनवर की मौत किस तरह से हुई, अब पुलिस इनके साथ किस तरह से ताउन कर रही है, क्या मुलजमान को गिरफ़्तार करने में पुलिस कामयाब हुई, या फिर ये लोग अपनी दर्द भरी कहानी लेकर आपके सामने बैठे हैं। क्या नाम है भैया आपका? मेरा नाम आमिर सुहेल है। आमिर भाई बताइएगा किस तरह से हुआ आपके भाई के साथ ये वाक़या, और कौन लोग थे जिनके साथ आपका भाई शिकार करने के लिए गया था? ਬਈ ਮੰਨੋ ਦੇ ਬੰਦੇ ਸੀ। कौन है, की नाम है ना? ਉਹਨਾਂ ਦੇ ਨਾਮ ਇੱਕ ਦਾ ਨਾਂ ਜੋਜੀ ਜੇ, ਠੀਕ ਹੈ, ਇੱਕ ਦਾ ਨਾਂ ਜੋਜੀ, ਇੱਕ ਸਾਈ ਜੇ, ਠੀਕ ਹੈ, ਇੱਕ ਜੇ ਉਹ ਮੋਹਸਨ। ਪਹਿਲੇ ਵੀ ਤੁਹਾਡਾ ਭਾਈ ਇਹਨਾਂ ਦੇ ਨਾਲ ਜਾਂਦਾ ਸੀ? ਮੈਂ ਪਹਿਲੀ ਦਫਾ ਉਹਨਾਂ ਨੂੰ ਕਿਦੋਂ ਦੀ ਮੈਂ ਹੋਸ਼ ਸੰਭਾਲੀ, ਮੈਂ ਪਹਿਲੀ ਦਫਾ ਉਹਨਾਂ ਦੇ ਨਾਲ ਵੇਖਿਆ, ਅੱਗੇ ਨਹੀਂ ਮੈਂ ਕਦੀ ਵੇਖਿਆ। ਕਦੀ ਤੁਹਾਡੇ ਭਾਈ ਨੇ ਘਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮੈਂ ਇਹ ਮੇਰੇ ਦੋਸਤ ਨੇ, ਮੈਂ ਇਹਨਾਂ ਦੇ ਨਾਲ ਮਛਲੀਆਂ ਫੜਨ ਜਾਣਾ ਵਾ ਜਾਂ ਜਾਵਾਂਗਾ? ਬਾਹਰ ਦੀ ਗੱਲ ਕਦੀ ਉਹਨਾਂ ਨੇ ਘਰ ਆ ਕੇ ਨਹੀਂ ਕੀਤੀ। ਕੀ ਕੰਮ ਕਰਦਾ ਸੀ ਤੁਹਾਡਾ ਭਾਈ? ਸੀਲਿੰਗ ਦਾ ਕੰਮ ਕਰਦੇ। ਸੀਲਿੰਗ ਦਾ ਕੰਮ ਕਰਦਾ ਸਾਰੇ ਸੀ? ਭਰਾ, ਦੋਵੇਂ ਭਰਾ ਸੀਲਿੰਗ ਦਾ ਕੰਮ ਕਰਨੇ, ਭਤੀਜਾ ਮੇਰਾ ਵੀ ਸੀਲਿੰਗ ਦਾ ਕੰਮ ਕਰਦਾ। ਸੀਲਿੰਗ ਦਾ ਕੰਮ ਕਰਦੇ ਸੀ। ਹਾਂਜੀ। ਅਚਾਨਕ ਇਹਨਾਂ ਲੋਕਾਂ ਦੇ ਨਾਲ ਮਛਲੀਆਂ ਫੜਨ ਦਾ ਪਲਾਨ ਕਿਵੇਂ ਬਣ ਗਿਆ? ਕੰਮ ਖਤਮ ਹੋਇਆ ਸਾਡਾ ਤੇ ਅਸੀਂ ਜਾਣਾ ਸੀ ਲੋੜ। ਉਹਨੇ ਸਵੇਰ ਬੰਦੇ ਨੂੰ, ਆਪਣੇ ਸ਼ਾਗਿਰਦ ਨੂੰ ਵੀ ਫੋਨ ਕੀਤਾ ਕਿ ਇੰਜ ਕੰਮ ਲੱਭਿਆ ਲੋੜ 25,000 ਫੁੱਟ ਕੰਮ, ਪੈਸੇ ਵੀ ਉਧਰੋਂ ਆ ਗਏ ਨੇ ਤੇ ਸਵੇਰ ਕੰਮ ਤੇ ਜਾਣਾ ਤੇ ਮੈਂ ਇਸ ਟਾਈਮ ਮੱਛੀ ਫੜਨ ਆਇਆ ਵਾ ਤੇ ਸਵੇਰ ਹਰ ਹਾਲ ਵਿੱਚ ਜਾਣਾ, ਠੀਕ ਹੈ। ਉਸ ਤੋਂ ਬਾਅਦ ਵਾਲਦਾ ਨੇ ਵੀ ਫੋਨ ਕੀਤਾ, ਪੁੱਤਰ ਕਿੱਥੇ ਵੇ ਤੂੰ? ਉਹਨੇ ਕਿਹਾ ਅੰਮੀ ਜੀ ਕੁੰਡੀਆਂ ਛੁੰਡੀਆਂ ਲੱਗ ਗਈਆਂ, ਠੀਕ ਹੈ, ਇਹ ਹੋ ਗਿਆ ਤੇ ਮੈਂ ਬਸ ਹੁਣੇ ਆਏ ਨਾ। ਉਸ ਦੌਰਾਨ ਗੱਲ ਹੋਈ ਜਿਸ ਦੌਰਾਨ ਉੱਥੇ ਸੀ ਦਰਿਆ ਤੇ? ਉਸ ਦਿਨ ਹੋਈ ਹੈ। ਤਕੜੀ ਜਗ੍ਹਾ ਤੇ ਗਿਆ ਸੀ ਮਛਲੀਆਂ ਫੜਨ? ਮੱਛੀ ਫੜਨ ਜਾਂਦੇ ਨੇ ਲੈਣੋਂ ਪਾਰ ਤੇ ਲਾਸ਼ ਕਰੀ ਉਹ ਜ਼ਿਆਬਾਦ ਲੱਭੀ। ਉੱਥੋਂ ਮਛਲੀਆਂ ਫੜਨ ਜਿੱਥੇ ਗਏ ਸੀ ਉਸ ਜਗ੍ਹਾ ਤੋਂ ਤੇ ਜਿੱਥੋਂ ਲਾਸ਼ ਮਿਲੀ ਹੈ ਉਹਦਾ ਕਿੰਨਾ ਫਾਸਲਾ ਹੈ? ਕਮ ਸੇ ਕਮ 4-5 ਕਿਲੋਮੀਟਰ ਦਾ ਹੋਏਗਾ ਫਰਕ। ਤੇ ਰਸਤੇ ਵਿੱਚ ਇੰਦੀ ਜਗ੍ਹਾ, ਕਿਉਂਕਿ ਦੇਗ ਵਿੱਚ ਪਾਣੀ ਹੈ ਨਹੀਂ ਤਾਂ ਲਾਸ਼ ਕਿਹੜੀ ਅੱਗੇ ਆ ਹੀ ਨਹੀਂ ਸਕਦੀ। ਤੁਹਾਨੂੰ ਆਪਣੇ ਭਾਈ ਦੀ ਮੌਤ ਦੀ ਖਬਰ ਕਿਵੇਂ ਪਤਾ ਚੱਲੀ ਸੀ, ਜਾਂ ਕਿਹਨੇ ਦੱਸਿਆ ਸੀ ਤੁਹਾਨੂੰ? ਅਸੀਂ ਪਹਿਲਾਂ ਫਿਰਦੇ ਰਹੇ ਹਾਂ ਦੇਗ ਦੇ ਉੱਤੇ, ਸਾਰੀ ਦੇਗ ਦਾ ਹੀ ਪਤਾ ਲਪੂਤਾ ਕੀਤਾ, ਸਾਨੂੰ ਕਿਸੇ ਪਾਸੇ ਨਹੀਂ ਲੱਭਾ, ਬੰਦਿਆਂ ਕੋਲੋਂ ਹੀ ਲੱਭਿਆ। ਤੁਸੀਂ ਤਲਾਸ਼ ਕਰਦੇ ਰਹੇ ਹੋ? ਤਲਾਸ਼ ਕਰਦੇ ਰਹੇ ਹਾਂ। ਮੇਰਾ ਭਤੀਜਾ ਪਹਿਲਾਂ ਗਿਆ, ਠੀਕ ਹੈ, ਨਾਲ ਆ ਬੱਚਾ ਗਿਆ, ਮੇਰੀ ਭਰਜਾਈ ਗਈ ਤੇ ਛੋਟਾ ਬੱਚਾ ਗਿਆ। ਮੈਂ ਉਹਨਾਂ ਨੂੰ ਗੁੱਸੇ ਆ, ਮੈਂ ਤੁਸੀਂ ਕਿਉਂ ਇੱਧਰ ਉੱਧਰ ਫਿਰਦੇ ਪਏ, ਕਿੰਨਾਂ ਦੇ ਨਾਲ ਗਿਆ? ਅਸੀਂ ਉਹਨਾਂ ਨੂੰ ਪੁੱਛਣੇ ਆ ਨਾ ਕਿ ਉਹ ਕਿੱਧਰ ਗਿਆ ਜਾਂ ਕਿਹੜੀ ਜਗ੍ਹਾ ਤੇ ਖੱਪਣ ਦੀ ਲੋੜ ਕੋਈ ਨਹੀਂ। ਅਸੀਂ ਤੇ ਸੀਰੀਅਸ ਨਹੀਂ ਗੱਲ ਨੂੰ ਲਿਆ ਸੀਗਾ, ਖੱਪਣ ਦੀ ਲੋੜ ਕੀ ਹੈ, ਠੀਕ ਹੈ। ਮੈਂ ਉੱਧਰ ਗਿਆ ਵਾਂ ਤੇ ਹੌਲੀ ਹੌਲੀ ਮੈਂ ਤਸਵੀਰ ਵੇਖੀ ਪਹਿਲਾਂ ਫਲੈਕਸ ਦੇ ਉੱਤੇ, ਮੈਨੂੰ ਨਾਂ ਦਾ ਉਹਨਾਂ ਦਾ ਪਤਾ ਕੋਈ ਨਹੀਂ ਹੈ, ਠੀਕ ਹੈ। ਇਹ ਪਤਾ ਵੀ ਉਹਨਾਂ ਨੂੰ ਮਿਲੇ ਸੀ ਕਿ ਫਕੀਰਾਂ ਦਾ ਤੇ ਚੰਗਰਾਂ ਦੇ ਮੁੰਡੇ ਨੇ, ਇਹ ਮੈਨੂੰ ਪਤਾ ਸੀ, ਲੇਕਿਨ ਇਹਨਾਂ ਦੇ ਚਾਚੇ ਤਾਇਆਂ ਦੇ, ਇਹਨਾਂ ਦੇ ਮੈਨੂੰ ਪਤਾ ਸੀ, ਨਾਂ ਦਾ ਨਹੀਂ ਮੈਨੂੰ ਪਤਾ ਹੈ, ਠੀਕ। ਮੈਂ ਉਹਨਾਂ ਕੋਲ ਪੁੱਛਿਆ ਕਿ ਭਈ ਇਹ ਬੰਦਾ ਲੱਗਿਆ, ਇਹਦਾ ਬੇਟਾ ਹੈ ਤੇ ਇਹਦਾ ਕੀ ਨਾਂ ਨੂੰ ਹੈ? ਇੰਜ ਕਰਦਿਆਂ ਨਾ ਮੈਂ ਹੌਲੀ ਹੌਲੀ ਉਹ ਬੰਦੇ ਦੇ ਗੋਦਾਮ ਤੇ ਪਹੁੰਚ ਗਿਆ। ਉੱਥੇ ਉਹ ਵਾਲਦਾ ਉਹਦੀ ਕੰਮ ਕਰਦੀ ਵੀ ਕਿਹੜਾ ਮੁੰਡਾ ਨਾਲ ਗਿਆ ਸੀ, ਠੀਕ ਹੈ। ਉਹ ਕਿਹੜਾ ਮੁੰਡਾ ਨਾਲ ਗਿਆ ਸੀ, ਮੋਹਸਨ। ਉਹਦੀ ਵਾਲਦਾ ਨੇ ਪੁੱਛਿਆ, ਕਹਿੰਦੀ ਮੇਰਾ ਮੁੰਡਾ ਤੇ 2 ਦਿਨ ਹੋ ਚੱਲੇ ਫੜਿਆ ਗਿਆ ਸੀ। ਤੇ ਮੈਂ ਕਿਹਾ ਆਂਟੀ ਚਲੋ ਤੁਹਾਡਾ ਮੁੰਡਾ ਫੜਿਆ ਗਿਆ ਸੀ, ਦੂਜੇ ਤੇ ਨਹੀਂ ਨਾ ਨਾਲ ਫੜੇ ਗਏ, ਕਿਦੋਂ ਗਏ ਸੀ ਤੇ ਵੇਖੋ ਉਹ ਨਾਲ ਗਏ ਨੇ, ਸਾਨੂੰ ਇਹ ਫੋਨ ਕਰਕੇ ਪਤਾ ਕਰ ਦਿਓ ਮੇਰਾ ਭਰਾ ਕਿਹੜੀ ਜਗ੍ਹਾ ਤੇ ਮੱਛੀ ਫੜਦਾ ਪਿਆ। ਮੈਂ ਜਾ ਕੇ ਉਹਨੂੰ ਲੈ ਆਵਾਂ, ਘਰ ਵਾਲੇ ਪਰੇਸ਼ਾਨ ਹੋਏ ਨੇ, ਠੀਕ ਹੈ। ਇਹ ਕਹਿੰਦੀ ਮੈਨੂੰ ਪੁੱਤਰ ਨੰਬਰ ਦੇ ਦੇ, ਸ਼ਾਮ ਨੂੰ ਤੈਨੂੰ ਮੈਂ ਦੱਸ ਦਾਂਗੀ। ਮੈਂ ਆ ਗਿਆ, ਆ ਕੇ ਰੋਟੀ ਪਹਿਲਾਂ ਕਬਰਸਤਾਨ ਆਇਆ,
ਕਬਰਸਤਾਨ ਉਂਝ ਹੀ ਦੁਆ ਮੰਗੀ ਤੇ ਮੈਂ ਵਾਲਾ ਸਾਹਿਬ ਵੀ ਉੱਥੇ ਨੇ ਤੇ ਬਾਬੇ ਬੈਠੇ ਨੇ ਬਾਹਰ ਮਲਾਂਗ ਨੂੰ। ਅੱਛਾ, ਤੁਸੀਂ ਇਸ ਦੌਰਾਨ ਆਪਣੀ ਮਦਦ ਆਪ ਦੇ ਤਹਿਤ ਆਪਣੇ ਭਰਾ ਨੂੰ ਲੱਭਦੇ ਰਹੇ, ਤਲਾਸ਼ ਕਰਦੇ ਰਹੇ, ਲੇਕਿਨ ਪੁਲਿਸ ਨੂੰ ਤੁਸੀਂ ਇਤਲਾਹ ਨਹੀਂ ਦਿੱਤੀ? ਨਹੀਂ ਅਸੀਂ ਤੇ ਅੱਗੇ ਵੀ ਨਾ ਤਕਰੀਬਨ 1.5-2 ਸਾਲ ਬਾਅਦ, ਅੱਗੇ 6 ਮਹੀਨਿਆਂ ਬਾਅਦ, 5-7 ਮਹੀਨਿਆਂ ਬਾਅਦ ਚੱਲ ਜਾਂਦਾ ਸੀ, 10-10 ਦਿਨ ਵੀ ਰਹਿ ਕੇ ਆਉਂਦੇ ਰਹੇ ਨੇ, ਲੇਕਿਨ ਮੱਛੀ ਵੀ ਘਾਲਦੇ ਰਹੇ ਨੇ, ਤਲਾਹ ਵੀ ਦਿੰਦੇ ਰਹੇ ਨੇ, ਫੋਨ ਤੇ ਰਾਬਤੇ ਦੇ ਵਿੱਚ ਹੁੰਦੇ ਸੀ। ਹਾਂਜੀ, ਰਾਬਤਾ ਵੀ ਹੁੰਦਾ ਰਿਹਾ ਨੇ। ਅਸੀਂ ਤੇ ਉਹਦੇ ਚੱਕਣਾ ਵਿੱਚ ਹੀ ਕਿ ਅੱਗੇ ਵੀ 2-2 4-4 ਦਿਨ ਰਹਿ ਜਾਂਦਾ, ਉਹਦੀ ਵਿਆਹ ਤੋਂ ਅਸੀਂ ਐਡੀ ਮਤਲਬ ਕਿਹੜਾ ਹੁੰਦਾ ਹੈ ਨਾ। ਲੇਕਿਨ ਤੁਸੀਂ ਪਰੇਸ਼ਾਨ ਤੇ ਹੋ ਗਏ ਨਾ ਕਿ ਰਾਬਤਾ ਕੋਈ ਨਹੀਂ ਹੈ ਵੀ, ਤੇ ਤੁਸੀਂ ਫਿਰ ਪੁਲਿਸ ਨੂੰ ਇਤਲਾਹ ਕਿਉਂ ਨਹੀਂ ਦਿੱਤੀ? ਪਰੇਸ਼ਾਨ ਤੇ ਅਸੀਂ ਡੇਲੀ ਦਿਹਾੜੀ 'ਚ ਪਤਾ ਨਹੀਂ ਕਿੰਨੇ ਫੋਨ ਕਰਦੇ ਰਹੇ ਹਾਂ, ਲੇਕਿਨ ਨੰਬਰ ਬੰਦ ਸੀ। ਨੰਬਰ ਬੰਦ ਸੀ, ਸਾਰੇ ਨੰਬਰ ਬੰਦ ਸੀ। ਜਿਨ੍ਹਾਂ ਦੇ ਨਾਲ ਗਿਆ ਸੀ ਉਹਨਾਂ ਦਾ ਵੀ ਕੋਈ ਰਾਬਤਾ ਨੰਬਰ ਹੈ ਸੀ ਤੁਹਾਡੇ? ਉਹਨਾਂ ਦਾ ਭਾਈ ਅਸੀਂ ਕੋਈ ਰਾਬਤਾ ਨੰਬਰ ਨਹੀਂ ਹੈ, ਕਹਿ ਰਹੇ ਦਰਵਾਜ਼ੇ ਉੱਤੇ ਸਾਡੇ ਪਹਿਲੀ ਦਫਾ ਆਏ ਨੇ। ਤੁਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਕੋਲੋਂ ਪੁੱਛਿਆ ਕਿ ਸਾਡਾ ਭਾਈ ਤੁਹਾਡੇ ਨਾਲ ਗਿਆ ਸੀ, ਉਹ ਕਿੱਥੇ ਜੇ? ਮੈਂ ਉਸ ਤੋਂ ਬਾਅਦ ਨੂੰ ਉਹਦੀ ਮਾਂ ਨੂੰ ਬਸ ਪੁੱਛਿਆ, ਉਹ ਕਿਦੋਂ ਦਾ ਮੇਰਾ ਭਰਾ ਘਰੋਂ ਬੁਲਾ ਕੇ ਲੈ ਗਏ, ਉਸ ਤੋਂ ਬਾਅਦ ਮੱਥੇ ਵੀ ਨਹੀਂ ਲੱਗੇ, ਉਹ ਤੇ ਫਾਤਿਹਾ ਕਹਿਣ ਨਹੀਂ ਆਏ, ਕਿਉਂ ਨੱਸ ਗਏ ਨਾ? ਉਹ ਨੱਸ ਗਏ ਨੇ, ਪਤਾ ਹੀ ਨਹੀਂ ਹੈ ਉਹ ਕਿੱਥੇ ਗਏ ਨੇ। ਉਸ ਤੋਂ ਬਾਅਦ ਮੇਰਾ ਕਿਦੋਂ ਭਰਾ ਲੱਭਿਆ। ਕਿਵੇਂ ਲੱਭਾ ਸੀ ਭਰਾ ਮੇਰਾ? ਇੰਜ ਮੈਂ ਉੱਥੇ ਇੱਥੋਂ ਕਿਤੋਂ ਗਿਆ ਵਾ ਨਾ ਕਬਰਸਤਾਨ ਤੋਂ, ਮੈਂ ਆਸਫ ਦੀ ਦੁਕਾਨ ਤੇ ਤੁਰ ਗਿਆ, ਮੇਰਾ ਦੋਸਤ ਹੈ। ਉਹ ਅਚਾਨਕ ਮੈਂ WhatsApp ਤੇ ਸਟੇਟਸ ਲਾ ਲੱਗਾ ਤੇ ਮੇਰੀ ਵੀਡੀਓ ਪਿਕਚਰ ਸ਼ੋ ਹੋਈ ਹੈ, ਮੰਨੋ ਗਰੁੱਪ ਦੇ ਵਿੱਚ ਆਈ ਸੀ ਪਿਕਚਰ, ਠੀਕ ਹੈ। ਉਹਦੇ ਭਾਈ ਦੀ ਪਿਕਚਰ ਆਈ ਸੀ? ਦੀ ਪਿਕਚਰ ਕਿਦੋਂ ਮੈਂ ਪਿਕਚਰ ਵੇਖੀ, ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲੀ। ਮੈਂ ਕਿਹਾ ਭਰਾ ਮੇਰੇ ਕਿਹਦੀ ਪਿਕਚਰ? ਮੈਂ ਕਿਹਾ ਮੇਰਾ ਅੱਲਾ ਸੋਹਣਿਆ ਮੇਰਾ ਭਰਾ ਨਾ ਹੋਵੇ। ਕਿਵੇਂ ਦੀ ਤਸਵੀਰ ਹੈਗੀ ਸੀ? ਤਸਵੀਰ ਫੁੱਲਿਆ ਪਿਆ ਮੂੰਹ ਮੇਰੇ ਕੋਲ ਹੈ, ਉਹ ਤੁਸੀਂ ਲਗਾ ਦੇਣਾ ਅੱਗੇ। ਮੂੰਹ ਕਿਹੜਾ ਨਾ ਉਹਦਾ ਫੇਰ ਵੀ ਠੀਕ ਸੀ, ਉਸ ਟਾਈਮ ਬਿਲਕੁਲ ਸਹੀ ਸੀ। ਦੁਬਾਰਾ ਫਿਰ ਮੈਂ ਉਸੇ ਟਾਈਮ ਸਦਰ ਥਾਣੇ ਗਿਆ ਵਾਂ। ਸਦਰ ਥਾਣੇ ਜਾ ਕੇ, ਸਦਰ ਥਾਣੇ ਮੁਰੀਦ ਕੇ ਗਏ ਸੀ? ਹਾਂਜੀ, ਸਦਰ ਥਾਣੇ ਮੁਰੀਦ ਕੇ ਗਿਆ ਵਾਂ। ਉੱਥੇ ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਇੰਜ ਮੇਰਾ ਭਰਾ ਏ। ਮੈਨੂੰ ਹੋਸ਼ ਨਹੀਂ ਸੀ ਉਸ ਟਾਈਮ, ਇਕੱਲਾ ਹਾਂ ਮੈਂ, ਆਪਣੇ ਘਰ ਵੀ ਨਹੀਂ ਦੱਸਿਆ। ਫਿਰ ਮੈਂ ਆਪਣੀ ਵਾਲਦਾ ਨੂੰ ਬਸ ਆਪਣੀ ਨੂੰ ਬਾਜੀ ਆਪਣੀ ਨੂੰ ਮੈਂ ਫੋਨ ਕੀਤਾ, ਹੋਰ ਮੈਂ ਕਿਸੇ ਨੂੰ ਦੱਸਿਆ, ਮੈਂ 'ਚ ਹਿੰਮਤ ਨਹੀਂ ਹੈ। ਮੈਂ ਕਿਹਾ ਇਹ ਮਸਲਾ ਹੋ ਗਿਆ, ਮੈਨੂੰ ਪਿਕਚਰ ਲੱਗੀ ਹੈ ਤੇ ਉਹ ਭਰਾ ਦੀ ਲੱਗਦੀ ਹੈ ਮੈਨੂੰ। ਫਿਰ ਮੈਂ ਗਿਆ ਵਾਂ ਸਿੱਧਾ ਤਹਿਸੀਲ ਹੈਡਕੁਆਟਰ, ਉੱਥੇ ਜਾ ਗਿਆ। ਮੁੰਸ਼ੀ ਸਾਹਿਬ ਨੇ ਕਿਹਾ ਜੀ, ਤਾਹਰ ਭਾਈ ਨੇ, ਤਾਹਰ ਸਾਹਿਬ ਨੇ ਕਿਹਾ ASI ਇੰਸਪੈਕਟਰ, ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਚੱਲ ਜਾਓ, ਤੁਹਾਨੂੰ ਲਾਸ਼ ਦੇ ਦੇਣਗੇ। ਮੈਂ ਕਿਹਾ ਤੁਸੀਂ ਚੈੱਕ ਕਰਾਓ, ਸਾਡੇ ਭਰਾ ਹੀ ਹੈ ਨਾ। ਅਸੀਂ ਜਾ ਕੇ ਵੇਖਿਆ ਤੇ ਉਸ ਟਾਈਮ ਤਸਵੀਰ ਤੇ ਠੀਕ ਸੀ, ਲੇਕਿਨ ਉਹ ਕਿਹੜਾ ਪੋਸਟਮਾਰਟਮ ਕੀਤਾ ਸੀ ਤੇ ਕਿਤੇ ਪੋਸਟਮਾਰਟਮ ਕਰਕੇ ਤੇ ਪੱਖੇ ਦੇ ਥੱਲੇ ਸੁੱਟਿਆ ਉਂਝ ਲਾਵਾਰਸ ਕਰਕੇ। ਉਹਦੀ ਸ਼ਕਲ ਵੇਖਣ ਵਾਲੀ ਨਹੀਂ ਹੈ, ਵਾਲ ਲੱਥਣ ਲੱਗ ਪਏ ਸੀ। ਕਿਹੜੀ ਤੁਹਾਡੇ ਚੰਦ ਫਾਸਲੇ ਤੇ ਮੁਰੀਦ ਕੇ ਥਾਣਾ ਸਦਰ ਹੈਗਾ, ਤੇ ਫਿਰ ਵੀ ਕਿਸੇ ਨੇ ਨਹੀਂ ਕਿਸੇ ਪਹਿਚਾਨਿਆ? ਨਹੀਂ, ਕੋਈ ਨਹੀਂ ਪਹਿਚਾਨਿਆ। ਉਸ ਤੋਂ ਬਾਅਦ ਉਹਦੇ ਕੋਲ ਸ਼ਨਾਖਤੀ ਕਾਰਡ ਵੀ ਸੀ, ਮੇਰੇ ਭਰਾ ਕੋਲ ਟੱਚ ਮੋਬਾਈਲ ਵੀ ਸੀ, 50-60 ਹਜ਼ਾਰ ਰੁਪਏ ਦਾ ਮੋਬਾਈਲ ਵੀ ਸੀ। ਉਸ ਤੋਂ ਬਾਅਦ ਉਹਦੇ ਕੋਲ 10-12 ਹਜ਼ਾਰ ਰੁਪਇਆ ਵੀ ਸੀ ਉਹਦੇ ਕੋਲ। ਲਵਾਰਸ ਕਿਵੇਂ ਕਰਾਰ ਦੇ ਦਿੱਤੀ? ਜਿਵੇਂ ਤੁਸੀਂ ਕਹਿ ਰਹੇ ਉਹਦੇ ਕੋਲ ID ਕਾਰਡ ਵੀ ਸੀ, ਮੋਬਾਈਲ ਫੋਨ ਵੀ ਸੀ, ਔਰ ਜਦੀਦ ਟੈਕਨੋਲੋਜੀ ਵੀ ਹੈ। ਹਾਂਜੀ, ਫਿੰਗਰਪ੍ਰਿੰਟ ਲਾਉਂਦੇ ਤਾਂ ਪਤਾ ਲੱਗ ਸਕਦਾ ਸੀ ਨਾ ਕਿਹੜਾ ਬੰਦਾ ਹੈ। ਲੇਕਿਨ ਉਹ ਲਾਹੌਰ ਤੱਕ ਮਹਦੂਦ ਹੋਏਗੀ ਨਾ, ਸ਼ੇਖੂਪੁਰਾ ਦੇ ਵਿੱਚ ਨਹੀਂ ਨਾ, ਮੁਰੀਦਕੇ ਦੇ ਵਿੱਚ ਨਹੀਂ ਨਾ ਟੈਕਨੋਲੋਜੀ ਹੋਏਗੀ। ਚਲੋ ਨਹੀਂ ਹੋਈ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਉਹਨਾਂ ਨੂੰ ਭਾਈ ਨੂੰ ਅਸੀਂ ਫਿਰ ਵੇਖਿਆ ਤੇ ਪੈਰ ਪਹਿਚਾਨੇ, ਪੈਰਾਂ ਤੋਂ ਮੈਂ ਕਿਹਾ ਮੇਰਾ ਭਰਾ ਹੈ। ਵਾਲ ਵੇਖੇ ਨੇ, ਵਾਲਾਂ ਤੋਂ ਮੈਂ ਮੇਰਾ ਭਰਾ ਹੈ। ਘਰ ਫੋਨ ਕੀਤਾ, ਸਾਰੇ ਯਾਰ ਦੋਸਤ ਇਹ ਉਹ ਤੁਰ ਗਏ ਨੇ, ਮਹੱਲੇ ਵਾਲੇ ਵੀ, ਠੀਕ ਹੈ। ਮੈਂ ਬਸ ਬਾਜੀ ਨੂੰ ਦੱਸਿਆ, ਮੈਂ ਕਿਸੇ ਯਾਰ ਸੱਜਣ ਨੂੰ ਵੀ ਫੋਨ ਨਹੀਂ ਕੀਤਾ, ਮੇਰੇ 'ਚ ਇੰਨੀ ਹਿੰਮਤ ਨਹੀਂ ਹੈ। ਫਿਰ ਮੈਂ ਚੌਂਕੀ ਆਇਆ ਵਾਂ, ਮੈਂ ਆ ਕੇ ਪਹਿਲਾਂ ਦਰਖਾਸਤ ਦਿੱਤੀ ਹੈ। ਮੈਂ ਕਿਹਾ ਭਾਈ ਇੰਜ ਨੇ ਮੇਰੇ ਭਾਈ ਦੇ ਨਾਲ ਮਸਲਾ ਬਣਿਆ, ਇਹ ਬੰਦੇ ਘਰੋਂ ਲੈ ਗਏ ਨੇ, ਅਸੀਂ ਉਹਨੂੰ ਲੱਭਦੇ ਰਹੇ ਹਾਂ। ਤੁਸੀਂ ਨਾਮਜ਼ਦ ਦਰਖਾਸਤ ਦਿੱਤੀ ਸੀ? ਹਾਂਜੀ, 3 ਅਫਰਾਦ ਨੂੰ ਨਾਮਜ਼ਦ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਭਾਈ ਇਹ ਬੰਦਿਆਂ ਨਾਲ ਗਿਆ, ਸਾਡੀ ਨੇ ਕਿਸੇ ਨਾਲ ਦੁਸ਼ਮਣੀ ਨਾ, ਸਾਡੇ ਮਹੱਲੇ ਕੋਲ ਵੀ ਤੁਸੀਂ ਪੁੱਛ ਸਕਦੇ ਪੂਰਾ। ਉਹ ਸਿਰ ਸੁੱਟ ਕੇ ਜਾਂਦੇ ਨਾ, ਅੱਜ ਤੱਕ 20 ਸਾਲ ਹੋ ਗਏ ਨੇ ਇੱਥੇ ਰਹਿੰਦੇ, ਅੱਜ ਤੱਕ ਕਿਸੇ ਨਾਲ ਲੜਿਆ ਨਾ ਬੋਲਿਆ। ਉਹਨਾਂ ਦੇ ਨਾਲ ਕੋਈ ਤੁਹਾਡੇ ਭਰਾ ਦਾ ਕੋਈ ਲੈਣ ਦੇਣ ਦਾ ਕੋਈ ਮਾਮਲਾ ਤੇ ਨਹੀਂ? ਕੋਈ ਨਹੀਂ, ਉਹ ਕਿਸੇ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਹੈ। ਖਾ ਲੈਂਦੇ ਹੀ, ਉਹ ਕਦੀ ਕਿਸੇ ਅੱਗੇ ਹੱਥ ਨਹੀਂ ਕੀਤਾ ਐਵੇਂ ਦਾ। ਸਾਡਾ ਭਾਈ, ਸਾਨੂੰ ਇਹ ਪਤਾ ਚੱਲਿਆ ਕਿ ਉਹ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ। ਤੁਹਾਨੂੰ ਲੱਗਦਾ ਹੈ ਕਿ ਉਹ ਡੁੱਬ ਕੇ ਮਰਿਆ ਜਾਂ ਫਿਰ ਉਹਨੂੰ ਮਾਰਿਆ ਗਿਆ? ਉਹਨੂੰ ਤਕਰੀਬਨ ਹੋਲੇ 25-30 ਸਾਲ ਹੋ ਗਏ ਨੇ, ਉਹਨੂੰ ਸ਼ਿਕਾਰ ਕਰਦੇ ਆ, ਮੱਛਲੀ ਦਾ ਸ਼ਿਕਾਰ ਕਰਦੇ? ਹਾਂਜੀ, ਮੱਛਲੀ ਦਰਿਆ ਦੇ ਵਿੱਚ ਜਾ ਕੇ। ਦਰਿਆ ਦੇ ਆ ਤੇ ਦੇ ਕੇ ਸੁੱਕੀ ਪਈ ਰਾਵੀ ਵਿੱਚ ਫੜਦੇ ਰਹੇ ਨੇ। ਇੱਕ ਦੋ ਰਾਵੀ ਦੇਗ ਉੱਤੋਂ ਪਾਣੀ ਸੁੱਟਦੀ, ਉਦੋਂ ਜਾ ਕੇ ਬੰਦੇ ਇੱਕ ਦੋ ਬੰਦਿਆਂ ਨੂੰ ਆਪਣੇ ਮੋਢਿਆਂ ਉੱਤੇ ਬਹਾ ਕੇ ਤੇ ਰਾਵੀ। ਕਹਿਣ ਦਾ ਮਕਸਦ ਹੈ ਕਿ ਉਹ ਡੁੱਬ ਕੇ ਨਹੀਂ ਮਰ ਸਕਦਾ, ਉਹਨੂੰ ਡੁਬੋਇਆ ਗਿਆ ਫੁੱਲ ਤਾਰੂ ਏ। ਉਹਦੇ ਕੋਈ ਇੱਥੇ ਨਿਸ਼ਾਨ ਹੈ, ਉਹਦੇ ਕੋਈ ਚੀਜ਼ ਮਾਰੀ ਹੈ ਸਿਰ ਦੇ ਵਿੱਚ, ਠੀਕ ਹੈ। ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਲਿਖਿਆ ਡਾਕਟਰਾਂ ਨੇ? ਸਾਨੂੰ ਕਿਸੇ ਨੇ ਤਾਮਨ ਨਹੀਂ ਕੀਤਾ, ਅਸੀਂ ਤਾਂ ਬਸ ਇਹ ਪਤਾ ਲੱਗਿਆ ਜੀ ਪੋਸਟਮਾਰਟਮ ਹੋ ਗਿਆ। ਪੁਲਿਸ ਨੇ ਵੀ ਕੋਈ ਤਾਵਨ ਨਹੀਂ ਕੀਤਾ? ਡੀਐਨਏ ਟੈਸਟ ਉੱਥੇ ਮੈਂ ਆਪ ਤਹਿਸੀਲ ਹੈਡਕੁਆਟਰ ਗਿਆ, ਉੱਥੇ ਗਿਆ, ਉਹ ਕਹਿੰਦੇ ਜੀ ਤਾਹਰ ਸਾਹਿਬ ਨੂੰ ਫੋਨ ਕਰੋ। ਤਾਹਿਰ ਸਾਹਿਬ ਕੌਣ ਹੈਗੇ ਨੇ? ਤਾਹਰ ਸਾਹਿਬ ASI
ਕਿੰਨਾ ਕੋਲ ਸਦਰ ਮੁਰੀਦ ਕੇ ਦੇ ਨੇ? ਹਾਂਜੀ ਅੱਛਾ ਉਹਨਾਂ ਨੇ ਭਾਈ ਸਵੇਰ ਦਾ ਮੈਂ ਉਹਨਾਂ ਨੂੰ ਫੋਨ ਕਰਦਾ ਪਿਆ, ਨਾ ਮੇਰਾ ਫੋਨ ਚੁੱਕਿਆ, ਕਾਲਾਂ ਮੇਰੇ ਕੋਲ ਹੈ, ਸਵੇਰ ਦਾ ਨੰਬਰ ਉਹਨਾਂ ਦਾ ਬੰਦ ਜਾ ਰਿਹਾ, ਕਿਉਂ ਤੁਹਾਡਾ ਫੋਨ ਨਹੀਂ ਚੁੱਕਦੇ ਵੀ? ਨਹੀਂ ਚੁੱਕਦੇ ਪਏ, ਕਿਵੇਂ ਡਿਗੇਟੀ ਨਹੀਂ ਹੋ ਗਈ, ਬੰਦਾ ਪੁੱਛੇ ਕਿ ਨਾ ਐਵੇਂ ਕੋਈ ਚੱਕਰ ਹੀ ਨਹੀਂ ਹੈ, 302 ਦਾ ਪਰਚਾ, ਮੇਰਾ ਭਰਾ ਮੜਿਆ ਜਵਾਨ, ਅੱਛਾ ਉਹਨਾਂ ਨੇ ਦੇ ਦਿੱਤਾ ਹੈ? ਨਹੀਂ ਕੁਛ ਵੀ ਨਹੀਂ। ਤੇ ਫਿਰ ਤੁਸੀਂ ਪਰਚੇ ਦਾ ਕਿਉਂ ਜ਼ਿਕਰ ਕਰਦੇ ਪਏ ਹੋ? ਮੈਂ ਕਹਿੰਦਾ ਪਿਆ ਮੇਰਾ ਪਰਚਾ ਬੰਦ ਹੈ ਤੇ ਉਹਨਾਂ ਨੇ ਕੋਈ ਚੱਕਰ ਹੀ ਨਹੀਂ ਹੈ ਕਿਸੇ ਹੁਣ ਤੱਕ ਤੁਹਾਡੇ ਭਰਾ ਦੇ ਕਤਲ ਦਾ ਜਾਂ ਮੁਬੈਨਾ ਕਤਲ ਦੀ FIR ਨਹੀਂ ਹੋਈ? ਨਹੀਂ ਹੋਈ। ਪੁਲਿਸ ਕਿਉਂ ਨਹੀਂ ਦਰਜ ਕਰਦੀ ਪਈ? ਨਹੀਂ ਕਰਦੇ ਵੀ ਮੈਂ SHO ਸਾਹਿਬ ਕੋਲ ਗਿਆ ਵਾਂ, ਉਹਨਾਂ ਕਿਹਾ ਘੰਟੇ ਬਾਅਦ SHO ਸਾਹਿਬ ਆਏ। SHO ਸਾਹਿਬ ਬੜੇ ਕਾਬਿਲ ਇਨਸਾਨ ਨੇ, ਮਜ਼ਹਰ ਸ਼ਾਹ ਸਾਹਿਬ, ਉਹਨਾਂ ਨੇ ਕੀ ਕਿਹਾ? ਉਹਨਾਂ ਕੋਲ ਮੈਂ ਗਿਆ ਵਾਂ, ਉਹਨਾਂ ਨੇ ਦਰਖਾਸਤ ਵੇਖੀ, ਉਹਨਾਂ ਨੇ ਇੰਜ ਫੜੀ ਹੈ ਤੇ ਇੰਜ ਵੇਖ ਕੇ ਉਹਨਾਂ ਨੇ ਉਹਨੂੰ ਅੱਗੇ ਮੁੰਸ਼ੀ ਉਹਨੂੰ ਘੱਲ ਦਿੱਤਾ। ਉਹਨੇ ਕਿਹਾ ਕਿ ਭਾਈ ਇਹਦੀ ਰਿਪੋਰਟ, ਇੰਜ ਵੇਖ ਕੇ ਅੱਗੇ ਘੱਲਣ ਦਾ ਕੀ ਮਕਸਦ ਹੈਗਾ ਸੀ? ਮੈਂ ਮੇਰੇ ਸਾਹਮਣੇ 1 ਮਿੰਟ ਵੀ ਨਹੀਂ ਬੈਠਾ, ਹੋਰ ਵੀ ਮੁੰਡਾ ਹੀ ਇੰਜ ਵੇਖੀ ਉਹਨਾਂ ਰਿਪੋਰਟ, ਉਹਨੇ ਕਿਹਾ ਕਿਹੜੇ ਨਾਂ ਦੀ ਮੁਹੰਮਦ, ਉਹਨੇ ਕਿਹਾ ਜੀ ਇਹਦਾ ਮੈਡੀਕਲ ਕਿਹੜੀ ਰਿਪੋਰਟ ਹੈ ਉਹ ਲਿਆਓ। ਹੋਰ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਕਿ ਤੁਹਾਡਾ ਕੀ ਲੱਗਦਾ ਸੀ ਕੀ ਨਹੀਂ ਸੀ। ਮਜ਼ਹਰ ਸ਼ਾਹ ਸਾਹਿਬ ਨੇ ਕੁਝ ਨਹੀਂ ਗੱਲ ਤੁਹਾਡੇ ਕੋਲ ਪੁੱਛੀ? ਕੀਤੀ ਬਸ ਉਹਨਾਂ ਨੇ ਮੁੰਸ਼ੀ ਨੇ ਦੱਸਿਆ ਕਿ ਭਾਈ ਇਹ ਉਹਨਾਂ ਦੇ ਵਾਰਸ ਨੇ, ਬਸ ਇਹ ਗੱਲ ਕਹੀ ਏ। ਉਹਨਾਂ ਨੇ ਇੰਜ ਰਿਪੋਰਟ ਫੜੀ ਏ, ਠੀਕ ਹੈ, ਮਾਨੀ ਉਹਨਾਂ ਨੇ ਇੰਜ ਰਿਪੋਰਟ ਫੜੀ, ਇੰਜ ਅੱਗੇ ਦੇ ਦਿੱਤੀ। ਤੇ ਉਹ ਲਾਵਾਰਿਸ ਸਮਝ ਕੇ ਤੁਹਾਡੇ ਭਰਾ ਦੀ ਲਾਸ਼ ਨੂੰ ਦਫਨਾਉਣਾ ਤੇ ਨਹੀਂ ਚਾਹੁੰਦੇ ਸੀ? ਠੀਕ ਹੈ, ਪਤਾ ਨਹੀਂ ਹੁਣ ਸਰ, ਇਹ ਤੇ ਨਹੀਂ, ਅੱਲਾ ਜਾਣਦਾ ਹੁਣ ਕੀ ਮਤਲਬ ਹੈ, ਹੁਣ ਉਹ ਜਾਣਦੇ ਨਾ, ਲੇਕਿਨ ਸਾਨੂੰ ਪੁਲਿਸ ਉੱਤੇ ਕੋਈ ਯਕੀਨ ਨਹੀਂ। ਅਸੀਂ ਯਕੀਨ ਕਰਕੇ ਗਏ ਆ, ਅਗਰ ਸਾਡੇ ਹਮਦਰਦ ਹੁੰਦੇ, ਰਿਪੋਰਟ ਫੜਦੇ, ਸਾਨੂੰ ਪੁੱਛਦੇ ਪੁੱਤਰ ਕੀ ਗੱਲ ਸੀ, ਤੇਰਾ ਕੀ ਲੱਗਦਾ ਸੀ ਕੀ ਨਹੀਂ, ਅਸੀਂ ਕਰਨੇ, ਮੇਰਾ ਪੁੱਤਰ ਤੂੰ ਪਰੇਸ਼ਾਨ ਨਾ ਹੋ। ਉਹਨਾਂ ਨੇ ਕਿਹਾ ਜੀ ਮੈਡੀਕਲ ਦੀ ਰਿਪੋਰਟ ਹੈ ਕਿ ਉਹ ਕਿਹੜਾ ਪੋਸਟਮਾਰਟਮ ਦੀ ਰਿਪੋਰਟ ਹੈ, ਕੋਈ 4-6 ਮਹੀਨੇ ਲੱਗ ਜਾਣਗੇ ਜਦੋਂ ਤੱਕ ਤੁਹਾਡਾ ਪਰਚਾ ਨਹੀਂ ਹੋਏਗਾ। ਹਾਂਜੀ ਉਹ ਅਸੀਂ ਹਰ ਇੱਕ ਚੀਜ਼ ਵੀ ਉੱਤੇ ਲਿਖਵਾਈ ਏ, ਠੀਕ ਹੈ। ਉਹ ਮੁੰਸ਼ੀ ਨੇ ਕਿਹਾ ਜੀ ਤੁਸੀਂ ਚੌਂਕੀ ਜਾਓ, ਹੁਣ ਅੱਛਾ, ਸਦਰ ਥਾਣੇ ਤੋਂ ਕਹਿੰਦੇ ਥਾਣੇ ਵਾਲਿਆਂ ਨੇ ਕਿਹਾ ਤੁਸੀਂ ਚੌਕੀ ਚਲੇ ਜਾਓ। ਚੌਂਕੀ ਜਾਓ, ਤਾਹਰ DPO ਸਾਹਿਬ ਬੈਠੇ ਹੁੰਦੇ ਨੇ ਉੱਥੇ, ਤਾਹਰ ਸਾਹਿਬ ASI, ਅੱਛਾ, ਇਹ ਕੋਈ ਵੱਡੇ ਅਫਸਰ ਨੇ SHO ਨਾਲੋਂ? ਉਹਨਾਂ ਨੇ ਹੁਣ ਕਿਹਾ ਨਾ, ਮੈਨੂੰ ਤੋੜ ਦਿੱਤਾ, ਸਾਨੂੰ ਐਡਾ ਨਹੀਂ ਪਤਾ।